ਉਹ ਜਿਹੜਾ 73ਵਾਂ ਫਿਰਕਾ ਹੱਕ ਦਾ ਫਿਰਕਾ, ਉਹਦੇ ਚੋਂ ਹੀ ਜਿਹੜੇ ਲੋਕ ਜੰਨਤੀ ਹੋਣਗੇ, ਜਹਨਮੀ ਹੋਣਗੇ, ਉਹੀ ਜਹਨਮ ਚੋਂ ਆਪਣੀ ਸਜ਼ਾ, ਜਿਹੜੇ ਗੁਨਾਹਗਾਰ ਹੋਣਗੇ ਸਜ਼ਾ ਭੁਗਤ ਕੇ ਆ ਜਾਣਗੇ। ਇਹ ਸਾਰੇ ਸਲੂਕ ਇੱਕੋ ਹੀ ਗਰੋਹ ਨਾਲ ਹੋਣਗੇ। ਇਹ ਨਹੀਂ ਇੱਕ ਆਦਮੀ ਕਹਿੰਦਾ ਜੀ ਉਹ 72 73 ਚੋਂ ਹੀ ਨਾ ਚੰਗੇ ਚੰਗੇ ਚੁਣ ਕੇ ਅੱਲਾ ਮੀਆਂ ਨੇ ਮਾਫ ਕਰ ਦੇਣੇ, ਬਖਸ਼ ਦੇਣੇ, ਤੇ ਉਹ ਜਿਹੜੇ ਭੈੜੇ ਭੈੜੇ ਆ ਉਹ ਦੋਜ਼ਖ ਸਿੱਟ ਦੇਣੇ। ਚੰਗੇ ਚੰਗੇ ਚੁਣ ਲੈਣੇ। ਮੈਂ ਕਿਹਾ ਬਈ ਚੰਗੇ ਚੰਗੇ ਕਿੱਦਾਂ ਚੁਣਨੇ? ਚੰਗਾ ਕਿਹੜਾ ਹੈ ਉਹਨਾਂ ਵਿੱਚੋਂ? ਕਿਉਂਕਿ ਫਿਰਕੇ ਜਿਹੜੇ ਆ ਉਹਦੇ ਨਜ਼ਦੀਕ ਸੀ ਜਿਹੜੇ ਨਮਾਜ਼ ਪੜ੍ਹਦੇ ਉਹ ਚੰਗੇ ਆ। ਮੈਂ ਕਿਹਾ ਸ਼ੈਤਾਨ ਨੇ ਨਮਾਜ਼ਾਂ ਥੋੜ੍ਹੀਆਂ ਪੜ੍ਹੀਆਂ, ਉਹ ਤਾਂ ਚੰਗਾ ਬਣਿਆ ਨਹੀਂ। ਚੰਗੇ ਜਾਂ ਫਿਰਕੇ ਜਾਂ ਮਾੜੇ ਫਿਰਕੇ ਕਦੀ ਵੀ ਅਮਾਲ ਨਾਲ ਨਹੀਂ ਬਣਦੇ। ਫਿਰਕੇ ਹਮੇਸ਼ਾ ਅਕਾਇਦ ਨਾਲ ਬਣਦੇ। ਤੇ ਉਸ ਅਕੀਦੇ ਦੇ ਲੋਕ ਚਾਹੇ ਨਮਾਜ਼ੀ ਹੋਣ ਚਾਹੇ ਗੈਰ ਨਮਾਜ਼ੀ ਹੋਣ, ਨਹੀਂ ਤਾਂ ਚੋਰਾਂ ਦਾ ਕੋਈ ਫਿਰਕਾ ਹੈਗਾ? ਕੋਈ ਕਹੇ ਜੀ ਆਹ ਚੋਰ ਫਿਰਕਾ ਜਾਂ ਆਹ ਸ਼ਰਾਬੀ ਫਿਰਕਾ ਜੀ, ਕਿਉਂਕਿ ਅਮਾਲ ਨਾਲ ਨਹੀਂ ਬਣਦੇ। ਅਗਰ ਅਮਾਲ ਨਾਲ ਬਣਦੇ ਫਿਰ ਸ਼ਰਾਬੀ ਫਿਰਕਾ ਵੀ ਹੁੰਦਾ, ਚੋਰ ਫਿਰਕਾ ਵੀ ਹੁੰਦਾ, ਡਾਕੂ ਫਿਰਕਾ ਵੀ ਹੁੰਦਾ, ਬੇਨਮਾਜ਼ ਫਿਰਕਾ ਵੀ ਹੁੰਦਾ। ਨਹੀਂ, ਫਿਰਕੇ ਜਿਹੜੇ ਅਕਾਇਦ ਨਾਲ ਬਣਦੇ ਆ। ਹੁਣ ਜਿਹੜੇ ਅਕਾਇਦ ਦਾ ਫਿਰਕਾ ਹੋਏਗਾ ਉਹਦੇ 'ਚ ਚਾਹੇ ਉਹ ਚੰਗੇ ਆ, ਨਮਾਜ਼ਾਂ ਪੜ੍ਹਦੇ ਆ, ਚਾਹੇ ਨਹੀਂ ਪੜ੍ਹਦੇ, ਸਲੂਕ ਸਾਰਿਆਂ ਨਾਲ ਇੱਕੋ ਹੀ ਹੋਣਾ, ਕਿਉਂਕਿ ਉਹਨਾਂ ਦੇ ਅਕਾਇਦ ਇੱਕੋ ਆ ਸਾਰਿਆਂ ਦੇ। ਫੈਸਲਾ ਅਕਾਇਦ ਤੇ ਹੋਣਾ, ਅੱਛਾ ਜਾਂ ਬੁਰਾ ਅਕਾਇਦ ਤੇ ਹੋਣਾ। ਜਿਸ ਤਰ੍ਹਾਂ ਮੈਂ ਕਿਹਾ ਗੰਦਗੀ ਦਾ ਢੇਰ ਆ, ਕਈ ਕਿਸਮ ਦੀ ਗੰਦਗੀ ਆ, ਗੰਦਗੀ 10-20 ਢੇਰ ਆ ਗੰਦਗੀ ਦੇ, ਉਹਦੇ 'ਚੋਂ ਕੋਈ ਚੰਗੀ ਗੰਦਗੀ ਹੈਗੀ ਆ? ਚੰਗੀ ਚੰਗੀ ਸਾਰੇ ਚੁਣ ਲਓ। ਜਿਹੜੀ ਹੈ ਹੀ ਗੰਦਗੀ ਉਹ ਚੰਗੀ ਕਿੱਦਾਂ ਹੋ ਸਕਦੀ? ਇਸੇ ਤਰ੍ਹਾਂ ਭਾਈ ਜਿਹੜੇ ਫਿਰਕੇ ਗਮਰਾਹ ਆ, ਉਹਨਾਂ ਉਸ ਗਮਰਾਹ ਫਿਰਕੇ 'ਚ ਚੰਗਾ ਕਿੱਦਾਂ ਹੋ ਸਕਦਾ? ਕਿਉਂਕਿ ਮੁੱਕਣੀ ਹੈਗੀ ਅਕਾਇਦ ਤੇ। ਉਹ ਜਿਹਨੂੰ ਚੰਗਾ ਸਮਝਦੇ ਆ ਉਹ ਅਕਾਇਦ ਤੇ ਜ਼ਿਆਦਾ ਪੱਕਾ ਹੁੰਦਾ। ਜਿਹੜਾ ਉਸ ਫਿਰਕੇ 'ਚ ਜਾਹਿਲ ਜਿਹਾ, ਉਹ ਹੋ ਸਕਦਾ ਉਹਦੇ 'ਚ ਕੋਈ ਲਚਕ ਹੋਵੇ। ਜਿਹੜਾ ਉਹਦਾ ਮੋਤਬਰ ਆ, ਉਹਦਾ ਬਾਨੀ ਆ, ਜਾਂ ਉਸ ਫਿਰਕੇ ਦੀ ਤਬਲੀਗ ਕਰ ਰਿਹਾ, ਉਹ ਤੇ ਸਭ ਤੋਂ ਗੰਦਾ ਹੋਣਾ, ਕਿਉਂਕਿ ਉਹ ਆਪਣੇ ਅਕਾਇਦ ਤੇ ਪੱਕਾ ਹੋਣਾ ਬਿਲਕੁਲ। ਜਿਹੜਾ ਜਾਹਿਲ ਜਿਹਾ ਹੋਣਾ, ਉਹਨੂੰ ਨਹੀਂ ਪਤਾ ਹੋਣਾ ਅਕਾਇਦ ਕੀ ਆ, ਉਹਦਾ ਹੀ ਨਾਂ ਦਾ ਹੀ ਬਣਿਆ ਹੁੰਦਾ। ਜਿੱਦਾਂ ਕਈ ਨਾਂ ਦੇ ਭਾਬੀ ਹੁੰਦੇ ਆ, ਉਹਨਾਂ ਨੂੰ ਅਗਰ ਗੱਲਬਾਤ ਸਹੀ ਸੁਣਾਓ ਨਾ, ਉਹਨਾਂ ਦੀ ਸਮਝ ਆ ਜਾਂਦੀ ਆ, ਉਹ ਸਹੀ ਅਕਾਇਦ ਨੂੰ ਕਬੂਲ ਕਰ ਲੈਂਦੇ। ਤੇ ਜਿਹੜਾ ਬਕਾਇਦਾ ਉਹਨਾਂ ਦਾ ਮਨੀਟਰ ਹੁੰਦਾ, ਉਹ ਤਾਂ ਨਹੀਂ ਕਬੂਲ ਕਰਦਾ ਕਦੀ, ਕਿ ਉਹ ਤਾਂ ਪੜ੍ਹ ਲਿਖ ਕੇ ਹੋਇਆ ਹੁੰਦਾ, ਭਾਬੀ ਬਣਿਆ ਹੁੰਦਾ। ਇਸ ਤਰ੍ਹਾਂ ਹੀ ਜਿਹਨੂੰ ਮੈਂ ਕਿਹਾ ਤੁਸੀਂ ਚੰਗਾ ਸਮਝਦੇ ਹੋ ਭਾਈ, ਉਹੀ ਤਾਂ ਅਸਲ ਵਿੱਚ ਗੰਦਾ ਹੁੰਦਾ ਸਭ ਤੋਂ। ਕਿਉਂਕਿ ਜਿਸ ਤਰ੍ਹਾਂ ਔਲੀਆ ਕਰਾਮ ਦਾ ਸਿਲਸਿਲੇ ਆ, ਉਹਦੇ 'ਚ ਉਹਨਾਂ ਦੇ ਜਿਹੜੇ ਅਕਾਇਦ ਜਾਂ ਮਾਮੂਲਾਤ ਆ, ਜਿਹੜੇ ਅੱਲਾ ਦੇ ਵਲੀ ਆ, ਉਹ ਜ਼ਿਆਦਾ ਪੱਕੇ ਆ ਉਸ ਅਕਾਇਦ ਮੁਰੀदैन ਨਾਲੋਂ। ਜਿਨ੍ਹਾਂ ਨੂੰ ਉਸ ਰਸਤੇ ਤੇ ਚੱਲ ਕੇ ਬਜ਼ੁਰਗੀ ਹੋ ਗਈ ਆ, ਉਹ ਉਸ ਅਕਾਇਦ ਤੇ ਜ਼ਿਆਦਾ ਮਜ਼ਬੂਤ ਹੁੰਦੇ ਆ। ਉਹਨਾਂ ਜ਼ਰਾ ਲਚਕ ਨਹੀਂ ਹੁੰਦੀ, ਕਿਉਂਕਿ ਉਸ ਰਸਤੇ ਤੇ ਚੱਲਦਿਆਂ ਹੋਇਆਂ, ਉਸ ਅਕਾਇਦ ਤੇ ਕਾਇਮ ਰਹਿੰਦਿਆਂ ਹੋਇਆਂ ਉਹਨਾਂ ਨੂੰ ਅੱਲਾ ਦੀ ਮਾਰਫਤ ਨਸੀਬ ਹੋਈ ਹੈ। ਇਸ ਵਾਸਤੇ ਉਹ ਜ਼ਿਆਦਾ ਪੁਖਤਾ ਕਾਰ ਆ। ਜਦਕਿ ਜਿਹੜਾ ਮੁਰੀਦ ਆ, ਜਿਹਨੂੰ ਹਲੇ ਅੱਲਾ ਦੀ ਮਾਰਫਤ ਨਹੀਂ ਹੋਈ, ਉਹ ਬਦਲ ਵੀ ਸਕਦਾ। ਉਹਨੂੰ ਮੌਲਵੀ ਇੱਧਰ ਦੇ ਉੱਧਰ ਸੁਣਾ ਕੇ ਵੀ ਫੇਰ ਲੈਂਦੇ, ਖਰਾਬ ਕਰ ਦਿੰਦੇ। ਫਿਰ ਸੋਭੇ 'ਚ ਆਉਂਦਾ ਜਾਂਦਾ ਰਹੇ ਤਾਂ ਹੋ ਜਾਏਗਾ। ਜਿਹਦਾ ਕਿਸੇ ਵੀ ਫਿਰਕੇ ਦਾ ਜਿਹੜਾ ਮੁਬੱਲਗ ਹੁੰਦਾ ਹੈ ਨਾ, ਉਹ ਆਮ ਉਸ ਫਿਰਕੇ ਦੇ ਬੰਦੇ ਨਾਲੋਂ ਬਹੁਤ ਗਾਂਹ ਹੁੰਦਾ। ਇਸ ਤਰ੍ਹਾਂ ਹਿੰਦੂ ਜੋਗੀ ਵਗੈਰਾ ਆ, ਹਾਲਾਂਕਿ ਉਹ ਹਿੰਦੂਆਂ ਦੇ ਮਜ਼ਹਬ ਦੇ ਫਕੀਰ ਆ। ਸੈਯਦਨਾ ਨੇ ਸੀਰਤ ਪਾਕ 'ਚ ਲਿਖਿਆ ਨਾ ਕਿ ਆਪਦੇ ਕੁਛ ਮਰੀਜ਼ ਦੇ ਨਾਲ ਦੇ ਦਿਹਾਤ 'ਚੋਂ ਰਾਤ ਨੂੰ ਸੋਭੇ 'ਚ ਬੈਠਣ ਵਾਸਤੇ ਆਉਂਦੇ ਸੀ। ਤਾਂ ਇੱਕ ਦਿਨ ਉਹ ਰਾਤ ਨੂੰ ਬੈਠ ਕੇ ਵਾਪਸ ਜਾ ਰਹੇ ਸੀ, ਤੇ ਉਹ ਰਸਤੇ 'ਚ ਕੋਈ ਹਿੰਦੂਆਂ ਦੀ ਬਸਤੀ ਸੀ, ਤੇ ਉਹਨਾਂ ਦਾ ਨਾ ਗੁਰੂ ਆਇਆ ਹੋਇਆ ਸੀ। ਉਹਨੇ ਸਾਰੇ ਇਸ ਤਰ੍ਹਾਂ ਦਾਇਰੇ 'ਚ ਬਿਠਾਏ ਹੋਏ ਸੀ, ਤੇ ਉਹਨਾਂ ਨੂੰ ਤਵੱਜੋ ਦੇ ਰਿਹਾ ਸੀ। ਉਹ ਜਿਹੜੇ ਸੈਯਦਨਾ ਦੇ ਮੁਰੀਦ ਨਵੇਂ ਜ਼ੌਕ ਸ਼ੌਕ ਵਾਲੇ ਸੀ, ਉਹਨਾਂ ਨੇ ਕਿਹਾ ਬਈ ਇਹ ਹਿੰਦੂਆਂ ਦਾ ਗੁਰੂ ਆ, ਦੇਖੀਏ ਤੇ ਇਹ ਕੀ ਕਰਦਾ। ਉਹ ਵੀ ਦਾਇਰੇ 'ਚ ਖੜੇ ਹੋ ਗਏ। ਉਹ ਹੁਣ ਇੱਕ ਸਾਈਡ ਤੋਂ ਤਵੱਜੋ ਦਿੰਦਾ ਆ ਰਿਹਾ ਸੀ ਕੱਲੇ ਕੱਲੇ ਨੂੰ। ਜਦੋਂ ਉਹਨਾਂ ਤੇ ਆਇਆ ਹੈ ਨਾ, ਤਾਂ ਉਹਨੇ ਜ਼ੋਰ ਨਾਲ ਤਵੱਜੋ ਦਿੱਤੀ। ਉਹਨਾਂ ਦੇ ਇੱਕਦਮ ਲਾ ਇਲਾਹਾ ਇਲਾ ਦੀ ਬਜਾਏ ਰਾਮ ਰਾਮ ਹੋਣਾ ਸ਼ੁਰੂ ਹੋ ਗਿਆ। ਉਹ ਤਾਂ ਪਰੇਸ਼ਾਨ ਹੋ ਗਏ। ਉਹਨਾਂ ਨੇ ਇਹ ਕੀ ਬਣ ਗਿਆ ਬਈ? ਕਿ ਹੁਣ ਹਾਲਾਂਕਿ ਠੀਕ ਹੈ ਨਾ, ਮੁਰਸ਼ਿਦ ਕਾਮਿਲ ਸੀ, ਮੁਰਸ਼ਿਦ ਕਾਮਿਲ ਸੀ,
ਹੁਣ ਉਹਨਾਂ ਦੀ ਤਵੱਜੋ ਤਾਂ ਉਹਦੇ ਵੱਲ ਸੀ ਨਾ, ਗੁਰੂ ਵੱਲ। ਪਿਛਲੇ ਵੱਲ ਤਾਂ ਧਿਆਨ ਨਹੀਂ ਰਿਹਾ ਵੀ ਦੇਖੀ ਇਹ ਕੀ ਕਰਦਾ। ਤਾਂ ਉਹਨੇ ਦੇਖੋ ਆਪਣਾ ਕੰਮ ਦਿਖਾਇਆ ਨਾ, ਕਿਉਂਕਿ ਉਹ ਤਸਰਫ ਰੱਖਦਾ ਸੀ ਆਪਣੇ ਕੁਫਰ ਦੇ ਮਜ਼ਹਬ ਦਾ, ਜਦਕਿ ਉਹ ਹਾਲੇ ਸਾਹਿਬ ਤਸਰਫ ਨਹੀਂ ਸੀਗੇ, ਉਹ ਤਾਲਿਬ ਇਲਮ ਸੀਗੇ। ਹੁਣ ਉਹ ਉੱਥੋਂ ਹੀ ਵਾਪਸ ਆ ਗਏ, ਆ ਕੇ ਸੈਯਦਨਾ ਨੂੰ ਜਗਾਇਆ ਕਿ ਹਜ਼ੂਰ ਸਾਡਾ ਤਾਂ ਮਸਲਾ ਖਰਾਬ ਹੋ ਗਿਆ, ਸਾਡੇ ਲਾ ਇਲਾਹਾ ਇਲਾ ਤਾਂ ਹੁੰਦਾ ਹੀ ਨਹੀਂ, ਸਾਡੇ ਤਾਂ ਰਾਮ ਰਾਮ ਹੋਣ ਲੱਗ ਪਈ ਆ। आपने फरमाया फिर इत्थे ही रहो, हम आस्थाने ते रहो। तुसी ओहदे क्यों खड़े होए सी सामने तवज्जो लैने लई? या फिर तुसी अपना जिक्र करदे होया साडा तसव्वुर रखदे, फिर भी कुछ हिफाजत हुंदी। ते पहला तो जरूरत की सी ओहदे कोल खड़े होने दी तुहानू, कि वो अपना काम कर रहा, तुसी ओहदे दायरे 'च खड़े हो गए भी देखिए की करदा है। तो वो हाई कुछ करदा सी, तुसी हुण देख लो की करदा। फिर कोई हफ्ता भर वो आस्थाना आलिया ते रहे आप दी सोबत 'ਚ, ਤੇ ਉਹ ਫਿਰ ਉਹਨਾਂ ਦਾ ਰਾਮ ਰਾਮ ਹਟਿਆ, ਫਿਰ ਲਾ ਇਲਾਹਾ ਇਲਾ ਸ਼ੁਰੂ ਹੋਇਆ। ਇਸੇ ਤਰ੍ਹਾਂ ਹੀ ਆਮ ਆਦਮੀ ਨਾਲੋਂ ਕਿਸੇ ਵੀ ਫਿਰਕੇ ਦਾ ਜਿਹੜਾ ਮੁਬੱਲਗ ਹੁੰਦਾ ਨਾ, ਉਹ ਬਹੁਤ ਗਾਂਹ ਦਾ ਬੰਦਾ ਹੁੰਦਾ। ਇਸੇ ਤਰ੍ਹਾਂ ਜਿਹੜੇ ਲਿਖਾਰੀ ਹੁੰਦੇ ਆ, ਕਿਤਾਬਾਂ ਲਿਖਦੇ ਨਾ, ਚਾਹੇ ਨਿਸਾਬ ਦੀਆਂ ਕਿਤਾਬਾਂ ਲਿਖਣ ਪ੍ਰੋਫੈਸਰ ਵਗੈਰਾ, ਉਹ ਸਟੂਡੈਂਟ ਨਾਲੋਂ ਬਹੁਤ ਜ਼ਿਆਦਾ ਗਾਂਹ ਜਾਣਦੇ ਹੁੰਦੇ। ਉਹ ਐਗਜ਼ਾਮਪਲ ਲਿਖ ਲਿਖ ਕੇ ਉਹ ਦੇਖੋ ਤੁਸੀਂ ਉਹਨੂੰ ਸਟੂਡੈਂਟ ਦੇ ਜ਼ਿਹਨ ਨੂੰ ਇੱਕ ਤਰਫ ਨੂੰ ਲਿਜਾ ਰਹੇ ਹੁੰਦੇ, ਮਿਸਾਲਾਂ ਦੇ ਦੇ ਕੇ ਇੱਕ ਤਰਫ ਨੂੰ ਲੈ ਜਾਂਦੇ, ਉਹਦਾ ਜ਼ਿਹਨ ਤਿਆਰ ਕਰ ਲੈਂਦੇ ਆ। ਹੁਣ ਉਸ ਤੋਂ ਅੱਗੇ ਜਦੋਂ ਫਿਰ ਮਸ਼ਕਾਂ ਹੋਣੀਆਂ, ਉਹਨੂੰ ਬੱਚੇ ਨੂੰ ਸਾਰਾ ਸਮਝ ਆ ਜਾਣਾ ਕਿ ਹੁਣ ਆਹ ਕਰਨਾ, ਹੁਣ ਆਹ ਕਰਨਾ। ਹੁਣ ਉਹਦਾ ਜ਼ਿਹਨ ਉਹਨੇ ਆਪਣੇ ਜ਼ਿਹਨ ਦੇ ਮੁਤਾਬਕ ਕਰ ਲਿਆ, ਹੁਣ ਉਹਦਾ ਜ਼ਿਹਨ ਇਖਤਲਾਫ ਨਹੀਂ ਕਰੂਗਾ ਉਹਦੇ ਨਾਲ। ਐਸੇ ਤਰ੍ਹਾਂ ਹੀ ਦੀਨ, ਚਾਹੇ ਕੁਫਰ ਦੇ ਦੀਨ ਦੇ ਲਿਖਾਰੀ ਜਿਹੜੇ ਆ, ਚਾਹੇ ਇਸਲਾਮ ਦੇ ਦੀਨ ਦੇ ਲਿਖਾਰੀ, ਚਾਹੇ ਮਾਰਫਤ ਦੇ ਲਿਖਾਰੀ ਜਿਹੜੇ ਆ, ਇਹ ਵੀ ਆਮ ਬੰਦੇ ਨਾਲ ਬਹੁਤ ਗਾਂਹ ਹੁੰਦੇ। ਵਾਹ ਬਈ, ਖੈਰ ਖੁਸ਼, ਤਕੜਾ ਰਾਜ਼ੀ।